ਅਸੀਂ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਹੈ ਕਿ ਕੀ ਸਾਡੀ ਮਾਨਸਿਕਤਾ ਇਸ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਪਰਪੱਕ ਹੋ ਚੁੱਕੀ ਹੈ ਕਿ ਜਿਹੜਾ ਸਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਝੁਕ ਗਿਆ ਉਹ ਹੁਣ ਕਿਤੇ ਹੋਰ ਨਹੀਂ ਝੁਕੇਗਾ, ਕਿਉਂਕਿ ਮੇਰੇ ਗੁਰੂ ਨਾਨਕ ਨੇ ਕਹਿ ਦਿੱਤਾ ਕਿ ਜਿਹੜਾ ਸਿਰ ਖੁਦਾ ਦੇ ਚਰਨਾਂ ਤੇ ਝੁਕ ਗਿਆ ਉਹ ਹੋਰ ਕਿਤੇ ਨਹੀਂ ਝੁਕ ਸਕਦਾ। ਜਿੰਨਾ ਚਿਰ ਅਸੀਂ ਇਸ ਵਿਚਾਰਧਾਰਾ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਨਹੀਂ ਵਸਾਵਾਂਗੇ ਉਦੋਂ ਤੱਕ ਅਸੀਂ ਕਹਿਣ ਨੂੰ ਤਾਂ ਕਹਿ ਸਕਦੇ ਹਾਂ ਸਿੱਖ ਹਾਂ, ਪਰ ਹੈ ਨਹੀਂ। ਹਾਂ ਉਦੋਂ ਹੋਵਾਂਗੇ ਜਦੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ, ਜਿਹੜੀ ਵਿਚਾਰਧਾਰਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ। ਔਰ ਜ਼ਿੰਦਗੀ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਅਸੀਂ ਸਾਰਿਆਂ ਹੀ ਇੱਥੋਂ ਚਲੇ ਜਾਣਾ, ਤੇ ਜੇ ਮੈਂ ਤੁਹਾਨੂੰ ਕਹਾਂ ਕਿ ਜ਼ਿੰਦਗੀ ਦੀ ਪਰਿਭਾਸ਼ਾ, ਤੇ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਨੇ ਜ਼ਿੰਦਗੀ ਨੂੰ ਪਰਿਭਾਸ਼ਿਤ ਕਰਨ ਦੇ ਵਾਸਤੇ। ਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਨਾ ਕਿ ਜ਼ਿੰਦਗੀ ਕੀ ਹੈ, ਗੁਰੂ ਸਾਹਿਬ ਦੋ ਸ਼ਬਦਾਂ 'ਚ ਗੱਲ ਨਿਬੇੜ ਦਿੰਦੇ ਨੇ। ਕਹਿੰਦੇ ਨੇ ਆਇਆ ਗਿਆ ਮੂਆ ਨਾਉ, ਇਹੀ ਜ਼ਿੰਦਗੀ ਹੈ ਜੀ। ਸੰਸਾਰ ਦੇ ਵਿੱਚ ਬੰਦਾ ਆਇਆ ਤੇ ਅਸੀਂ ਜਨਮ ਦਿਨ ਮਨਾ ਦਿੱਤਾ ਕਿ ਆ ਗਿਆ, ਗਿਆ ਤੇ ਅਸੀਂ ਕਹਿ ਦਿੱਤਾ ਮਰ ਗਿਆ ਹੈ। ਜਿਹੜਾ ਆਉਣ ਤੋਂ ਜਾਣ ਤੱਕ ਦਾ ਟਾਈਮ ਪੀਰੀਅਡ ਇਹੀ ਜ਼ਿੰਦਗੀ ਹੈ ਨਾ। ਇੰਨੀ ਵੱਡੀ ਜ਼ਿੰਦਗੀ ਦੀ ਪਰਿਭਾਸ਼ਾ ਇੰਨੇ ਥੋੜੇ ਸ਼ਬਦਾਂ ਦੇ ਵਿੱਚ ਮੈਨੂੰ ਦੁਨੀਆ ਦੇ ਕਿਸੇ ਸਰੋਤ ਦੇ ਵਿੱਚ ਦੱਸ ਦਿਓ। ਆਇਆ ਗਿਆ ਮੂਆ ਨਾਉ, ਇਹੀ ਜ਼ਿੰਦਗੀ ਹੈ। ਆਇਆ ਤੇ ਆ ਗਿਆ, ਚਲਾ ਗਿਆ ਤੇ ਮਰ ਗਿਆ, ਤੇ ਆਉਣ ਤੋਂ ਲੈ ਕੇ ਜਾਣ ਤੱਕ ਦਾ ਜਿਹੜਾ ਟਾਈਮ ਫਰੇਮ ਹੈ, ਜਿਹੜਾ ਟਾਈਮ ਪੀਰੀਅਡ ਹੈ, ਉਨੀ ਕੁ ਜ਼ਿੰਦਗੀ ਹੈ। ਪਰ ਗੁਰੂ ਸਾਹਿਬ ਇੱਕ ਗੱਲ ਕਹਿੰਦੇ ਨੇ ਕਿ ਜਦੋਂ ਪਤਾ ਹੈ ਸਾਰਿਆਂ ਹੀ ਚਲੇ ਜਾਣਾ, ਆਇਆ ਗਿਆ ਮੂਆ ਨਾਉ, ਫਿਰ ਇਹਦੇ ਤੋਂ ਬਾਅਦ ਵੀ ਕਰਮ ਕਾਂਡਾਂ ਦੇ ਨਾਲ ਮਰਨ ਤੋਂ ਬਾਅਦ ਵੀ ਅਸੀਂ ਮਨੁੱਖ ਨੂੰ ਜੋੜ ਕੇ ਰੱਖਦੇ। ਜਿਉਂਦਿਆਂ ਜ਼ਿੰਦਗੀ ਦੇ ਵਿੱਚ ਤੇ ਕਰਮ ਕਾਂਡਾਂ ਤੋਂ ਮੁਕਤ ਕੀ ਹੋਣਾ ਸੀ, ਅਸੀਂ ਮਰਨ ਤੋਂ ਬਾਅਦ ਵੀ ਕਰਮ ਕਾਂਡਾਂ ਦੇ ਨਾਲ ਜੁੜੇ ਹੋਏ ਹਾਂ। ਪਾਤਸ਼ਾਹ ਨੇ ਅਗਲੀ ਲਾਈਨ ਬੜੀ ਕਮਾਲ ਦੀ ਗਈ ਹੈ, ਪਿੱਛੇ ਪੱਤਲ ਸੱਦਿਓ ਕਾਉ। ਮੈਨੂੰ ਪਹਿਲਾਂ ਇਹਦੇ ਅਰਥ ਸਮਝਣ ਦੇ ਵਿੱਚ ਥੋੜੀ ਜੀ ਦੁਬਿਧਾ ਆਉਂਦੀ ਸੀ ਕਿ ਪਾਤਸ਼ਾਹ ਨੇ ਇਹ ਗੱਲ ਕੀ ਕਹਿ ਦਿੱਤੀ। ਪੱਤਲ ਕਿਹਾ ਜਾਂਦਾ ਥਾਲੀ ਨੂੰ, ਵੀ ਪਿੱਛੋਂ ਥਾਲੀ ਦੇ ਵਿੱਚ ਖੀਰ ਰੱਖ ਕੇ ਕਾਵਾਂ ਨੂੰ ਆਵਾਜ਼ਾਂ ਮਾਰਨੀਆਂ। ਮੈਨੂੰ ਪਹਿਲਾਂ ਇਸ ਗੱਲ 'ਚ ਥੋੜੀ ਦੁਬਿਧਾ ਸੀ, ਪਰ 2012 ਦੇ ਵਿੱਚ ਮੈਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਦੋਂ ਖੋਜ ਕਰ ਰਿਹਾ ਸੀ, ਉਹਨਾਂ ਦੇ ਅਸਥਾਨਾਂ ਦੇ ਉੱਪਰ, ਤੇ ਕੁਦਰਤਨ ਉਹਨਾਂ ਦਿਨਾਂ ਦੇ ਵਿੱਚ ਅਰਧ ਕੁੰਭ ਦਾ ਮੇਲਾ ਸੀ 12 ਦੇ ਵਿੱਚ, ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਨੇ ਕਿੰਨੇ ਵੱਡੇ ਕਰਮਕਾਂਡ ਦੇ ਉੱਪਰ ਚੋਟ ਕੀਤੀ ਹੈ। ਉੱਥੋਂ ਦੇ ਪੁਜਾਰੀਆਂ ਨੇ ਇਹ ਵਹਿਮ ਪਾਇਆ ਹੈ, ਜਿਹੜੀਆਂ ਬੀਬੀਆਂ ਦੇ ਥੋੜੀ ਜਵਾਨ ਅਵਸਥਾ ਦੇ ਵਿੱਚ ਪਤੀ ਮੌਤ ਹੋ ਜਾਂਦੀ ਹੈ ਜਾਂ ਸਾਡੀਆਂ ਭੈਣਾਂ ਵਿਧਵਾ ਹੋ ਜਾਂਦੀਆਂ ਨੇ, ਤੇ ਉਹਨਾਂ ਦੇ ਮਨ ਦੇ ਵਿੱਚ ਪੈਸੇ ਇਕੱਠੇ ਕਰਨ ਦੇ ਵਾਸਤੇ ਇੱਕ ਵਹਿਮ ਪਾ ਦਿੱਤਾ ਹੈ ਕਿ ਤੁਹਾਡੇ ਪਤੀ ਕਾਂ ਦੀ ਜੂਨ ਦੇ ਵਿੱਚ ਨੇ, ਤੁਹਾਡੇ ਪਤੀ ਹੁਣ ਕਾਂ ਦੀ ਜੂਨ ਦੇ ਵਿੱਚ ਨੇ, ਤੇ ਉਹਨਾਂ ਦੇ ਕੋਲ ਪੈਸੇ ਲਏ ਜਾਂਦੇ ਨੇ, ਤੇ ਪੈਸੇ ਲੈ ਕੇ ਉਹਨਾਂ ਨੂੰ ਲਾਈਨ ਦੇ ਵਿੱਚ ਬਿਠਾਇਆ ਜਾਂਦਾ ਹੈ, ਤੇ ਸਾਰੀਆਂ ਨੇ ਥਾਲੀਆਂ ਦੇ ਵਿੱਚ ਖੀਰ ਪਾ ਕੇ ਰੱਖੀ ਹੁੰਦੀ ਹੈ, ਤੇ ਕਾਵਾਂ ਵੱਲ ਵੇਖ ਰਹੀਆਂ ਹੁੰਦੀਆਂ ਕਿ ਕਿਹੜੇ ਵੇਲੇ ਕਾਂ ਆਵੇ ਤੇ ਸਾਡੀ ਥਾਲੀ ਦੇ ਵਿੱਚੋਂ ਖਾ ਲਵੇ, ਕਿਉਂਕਿ ਕਾਂ ਜਿਹੜਾ ਉਹ ਪਤੀ ਹੈ, ਪਤੀ ਜਿਹੜਾ ਹੁਣ ਕਾਂ ਦੀ ਜੂਨ 'ਚ ਪੈ ਗਿਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਕਿਸ ਵਿਚਾਰਧਾਰਾ ਦੇ ਮਾਲਕ ਬਣ ਗਏ ਹੋ, ਆਇਆ ਗਿਆ ਮੂਆ ਨਾਉ, ਪਿੱਛੇ ਪੱਤਲ ਸੱਦੀਏ ਕਾਉ, ਵੀ ਜ਼ਿੰਦਗੀ ਦੇ ਵਿੱਚ ਵੀ ਕਰਮਕਾਂਡ ਨਾ ਛੱਡੇ, ਤੇ ਮਰਨ ਤੋਂ ਬਾਅਦ ਵੀ ਥਾਲੀ ਦੇ ਵਿੱਚ ਖੀਰ ਰੱਖ ਕੇ ਤੁਸੀਂ ਕਾਵਾਂ ਨੂੰ ਆਵਾਜ਼ਾਂ ਮਾਰ ਰਹੇ ਹੋ ਕਿ ਸ਼ਾਇਦ ਪਤੀ ਕਾਂ ਦੀ ਜੂਨ ਦੇ ਵਿੱਚ ਹੈ, ਤੇ ਜਦੋਂ ਉਹ ਆ ਕੇ ਮੇਰੀ ਥਾਲੀ ਦੇ ਵਿੱਚੋਂ ਖੀਰ ਸਵੀਕਾਰ ਕਰ ਲਵੇਗਾ, 1 ਸਾਲ ਦੇ ਵਾਸਤੇ ਤ੍ਰਿਪਤ ਹੋ ਜਾਵੇਗਾ। ਸਾਡੇ ਸਾਰਿਆਂ ਦੇ ਕੋਲ ਸਮਾਰਟਫੋਨ ਨੇ, ਆਈਫੋਨ ਨੇ, ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਹੈ ਨਾ ਉਹ ਗੁੱਝੀ ਨਹੀਂ ਰਹਿ ਜਾਂਦੀ। ਕਿਤੇ ਤੁਹਾਨੂੰ ਇੱਕ ਹਿੰਦੁਸਤਾਨ ਦੇ ਕਮੇਡੀਅਨ ਨੇ ਸੁਰਿੰਦਰ ਕੁਮਾਰ, ਉਹਨਾਂ ਨੇ ਇਹਦੇ ਉੱਪਰ ਇੱਕ ਬੜਾ ਪਿਆਰਾ ਤਰਕ ਕੀਤਾ ਹੈ। ਉਹ ਕਹਿੰਦਾ ਕਿ ਮੈਂ ਜਾ ਕੇ ਵੇਖਿਆ ਕਿ 2 ਬੀਬੀਆਂ ਥਾਲੀ ਦੇ ਵਿੱਚ ਖੀਰ ਰੱਖ ਕੇ ਬੈਠੀਆਂ ਨੇ, ਕਾਂ ਨੂੰ ਉਡੀਕ ਰਹੀਆਂ ਨੇ। ਕਹਿੰਦਾ ਕਾਂ ਆਇਆ, ਲਾਗੂ ਹੋ ਕੇ ਫਿਰ ਵਾਪਸ ਮੁੜ ਗਿਆ, ਫਿਰ ਆਇਆ, ਫਿਰ ਲਾਗੂ ਹੋ ਕੇ ਵਾਪਸ ਮੁੜ ਗਿਆ, ਤੀਸਰੀ ਵਾਰੀ ਫਿਰ ਮੁੜ ਗਿਆ ਨਾ। ਹੁਣ ਬੰਦਾ ਬੈਠਾ ਬੈਠਾ ਅੱਕ ਜਾਂਦਾ ਹੈ, ਤੇ ਇੱਕ ਬੀਬੀ ਦੂਜੀ ਨੂੰ ਕਹਿੰਦੀ ਹੈ, ਕਹਿੰਦੀ ਪੱਪੂ ਦੇ ਪਾਪਾ ਮਰ ਤੇ ਗਏ ਨੇ, ਰੋਟੀ ਅਜੇ ਵੀ ਟਾਈਮ ਨਾਲ ਨਹੀਂ ਖਾਂਦੇ। ਤੇ ਕਹਿੰਦਾ ਜਦੋਂ ਕਾਂ ਚੌਥੀ ਵਾਰੀ ਆਇਆ ਹੀ ਆਇਆ ਨਾ, ਕਹਿੰਦਾ ਉੱਥੋਂ ਉੜਦਾ ਉੜਦਾ ਤੇ ਉਹਦੀ ਥਾਲੀ ਵੱਲ ਆਇਆ, ਤੇ ਚੌਲ ਗਵਾਂਢਣ ਦੀ ਥਾਲੀ ਵਿੱਚੋਂ ਖਾ ਕੇ ਫਿਰ ਉੱਡ ਗਿਆ, ਤੇ ਉੱਚੀ ਉੱਚੀ ਰੋਣ ਲੱਗ ਪਈ, ਕਹਿੰਦੀ ਹਾਏ ਮੈਂ ਮਰ ਜਾਵਾਂ, ਅਜੇ ਵੀ ਗਵਾਂਢਣ ਦੇ ਘਰ ਜਾਣੋਂ ਨਹੀਂ ਹਟਦੇ, ਮਰ ਗਏ ਨੇ ਅਜੇ ਵੀ ਨਹੀਂ ਸੁਧਰੇ। ਹੁਣ ਤੁਸੀਂ ਸੋਚੋ ਕਿ ਜਿਨ੍ਹਾਂ ਗੱਲਾਂ ਦਾ ਖੰਡਨ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਕਰ ਦਿੱਤਾ,
ਕੀ ਉਹਨਾਂ ਪਰੰਪਰਾਵਾਂ ਨੂੰ, ਕੀ ਉਹਨਾਂ ਕਰਮਕਾਂਡਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢਿਆ? ਨਹੀਂ ਕੱਢਿਆ। ਅਜੇ ਵੀ ਅਸੀਂ ਉਸੇ ਤਰ੍ਹਾਂ ਦੇ ਨਾਲ ਉਹਨਾਂ ਹੀ ਵਹਿਮਾਂ ਭਰਮਾਂ ਦੇ, ਉਹਨਾਂ ਹੀ ਕਰਮਕਾਂਡਾਂ ਦੇ, ਉਹਨਾਂ ਹੀ ਸਾਰੀਆਂ ਚੀਜ਼ਾਂ ਦੇ ਸ਼ਿਕਾਰ ਹਾਂ। ਤੇ ਗੁਰੂ ਸਾਹਿਬ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਨਾ, ਆਇਆ ਗਿਆ ਮੂਆ ਨਾਉ, ਆਉਣ ਤੋਂ ਲੈ ਕੇ ਜਾਣ ਤੱਕ ਦਾ ਸਫ਼ਰ ਹੈ ਨਾ, ਜਿਹੜਾ ਜ਼ਿੰਦਗੀ ਦਾ ਟਾਈਮ ਫਰੇਮ ਹੈ, ਗੁਰੂ ਨਾਨਕ ਸਾਹਿਬ ਨੇ ਕੱਲੇ ਕੱਲੇ ਕਰਮਕਾਂਡ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ। ਤੇ ਅਸੀਂ ਅਜੇ ਵੀ 550 ਸਾਲਾਂ ਦੇ ਵਿੱਚ ਜਿੰਨੇ ਵੀ ਗੁਰੂ ਨਾਨਕ ਸਾਹਿਬ ਨੇ ਕੱਢ ਕੇ ਰੱਖੇ ਸੀ ਨਾ, ਦੁਬਾਰਾ ਚੁਣ ਚੁਣ ਕੇ ਫਿਰ ਲਿਆ ਰਹੇ ਆ ਕਿ ਨਹੀਂ, ਕਿਤੇ ਕੋਈ ਵਹਿਮ ਭਰਮ ਰਹਿ ਨਾ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ, ਕਿਤੇ ਕੋਈ ਕਰਮਕਾਂਡ ਰਹਿ ਨਾ ਜਾਵੇ। ਅਸੀਂ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਵਾਰਿਸ ਬਣਨਾ ਚਾਹੁੰਦੇ ਹੀ ਨਹੀਂ। ਅਸੀਂ ਤੇ ਬਸ ਇਹੀ ਚਾਹੁੰਦੇ ਹਾਂ ਕਿ ਅਸੀਂ ਕਰਮਕਾਂਡਾਂ ਦੇ ਵਿੱਚੋਂ ਹੀ ਮੁਕਤੀ ਲੱਭਣੀ ਹੈ, ਜਦੋਂ ਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਦੇ ਵਿੱਚੋਂ ਤਾਂ ਮੁਕਤੀ ਹੋ ਸਕਦੀ ਹੈ, ਕਿਸੇ ਕਰਮਕਾਂਡ ਦੇ ਵਿੱਚੋਂ, ਕਿਸੇ ਪਖੰਡ ਦੇ ਵਿੱਚੋਂ ਮੁਕਤੀ ਨਹੀਂ ਹੋ ਸਕਦੀ। ਪਰ ਇੰਨਾ ਲੰਬਾ ਸਮਾਂ 5.5 ਸਦੀਆਂ ਬੀਤਣ ਦੇ ਬਾਅਦ ਵੀ ਅਜੇ ਵੀ ਸਾਡੀ ਮਾਨਸਿਕਤਾ ਦੇ ਵਿੱਚੋਂ ਇਹ ਕਰਮਕਾਂਡ, ਇਹ ਪਖੰਡ ਜਿਹੜੇ ਨੇ, ਇਹ ਜ਼ਿੰਦਗੀ ਚੋਂ ਬਾਹਰ ਨਹੀਂ ਨਿਕਲ ਰਹੇ। ਕੋਈ ਉਹ ਵੀ ਸਮਾਂ ਸੀ ਨਾ ਜਦੋਂ ਪੁਜਾਰੀ ਕਹਿੰਦਾ ਸੀ ਕਿ ਜਿੰਨਾ ਚਿਰ ਤੱਕ ਮੈਨੂੰ ਪੈਸੇ ਨਾ ਦਿੱਤੇ ਜਾਣ, ਮੈਂ ਤੁਹਾਡੀ ਬੇਟੀ ਦਾ ਵਿਆਹ ਨਹੀਂ ਕਰ ਸਕਦਾ। ਜਿੰਨਾ ਚਿਰ ਜਜਮਾਨ ਪੁਜਾਰੀ ਨੂੰ ਪੈਸੇ ਨਹੀਂ ਸੀ ਦਿੰਦਾ, ਉਹ ਉਸ ਦੀ ਬੇਟੀ ਦਾ ਵਿਆਹ ਨਹੀਂ ਸੀ ਕਰਦਾ। ਪਾਵਨ ਬਾਣੀ ਤੁਸੀਂ ਪੜ੍ਹਦੇ ਹੋ ਨਾ ਕਿ ਸਾਈ ਪੁੱਤਰੀ ਜਜਮਾਨ ਕੀ, ਸਾਏ ਤੇਰੀ ਏਤ ਤਨ ਖਾਦੇ ਤੇਰਾ ਜਨਮ ਗਿਆ। ਪਰ ਕੀ ਸਾਡੇ ਮਨਾਂ ਦੇ ਵਿੱਚੋਂ ਜਾਂ ਸਾਡੀਆਂ ਧਾਰਮਿਕ ਪਰੰਪਰਾਵਾਂ ਦੇ ਵਿੱਚੋਂ ਇਹ ਗੱਲਾਂ ਅੱਜ ਖਤਮ ਹੋ ਗਈਆਂ ਨੇ? ਨਹੀਂ, ਸਭ ਕੁਝ ਉਸੇ ਤਰ੍ਹਾਂ ਚੱਲ ਰਿਹਾ ਹੈ। ਜਿਸ ਚੀਜ਼ ਤੋਂ ਗੁਰੂ ਸਾਹਿਬ ਨੇ ਵਰਤਿਆ ਸੀ, ਸਾਨੂੰ ਵਰਜਿਆ ਸੀ, ਉਹ ਸਾਰੀਆਂ ਗੱਲਾਂ ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਅਜੇ ਵੀ ਚੱਲ ਰਹੀਆਂ ਨੇ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਹਰ ਇੱਕ ਨੂੰ ਸਮਝਾਉਣ ਦਾ ਜਿਹੜਾ ਰੂਪ ਸਾਡੇ ਸਾਹਮਣੇ ਰੱਖਿਆ, ਉਹ ਬੜਾ ਹੀ ਸਕਾਰਾਤਮਕ ਸੀ। ਜਦੋਂ ਗੁਰੂ ਨਾਨਕ ਸਾਹਿਬ ਤਲੰਬੇ ਗਏ ਨੇ, ਤੇ ਸੱਜਣ ਠੱਗ ਦੇ ਬਾਰੇ ਤੁਸੀਂ ਕੌਣ ਨਹੀਂ ਜਾਣਦੇ, ਪਰ ਜਿਹੜਾ ਸੱਜਣ ਠੱਗ ਨੂੰ ਸਮਝਾਉਣ ਦਾ ਤਰੀਕਾ ਹੈ, ਸਮਝਣ ਦੀ ਤਾਂ ਉਸ ਨੂੰ ਲੋੜ ਹੈ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੱਜਣ ਠੱਗ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਈ ਸੱਜਣ ਬਣ ਗਿਆ। ਜਿਸ ਸਰਾਂ ਦੇ ਵਿੱਚ ਲੋਕਾਂ ਦਾ ਕਤਲੇਆਮ ਕੀਤਾ ਜਾਂਦਾ ਸੀ, ਉਹ ਸਰਾਂ ਧਰਮਸ਼ਾਲਾ ਬਣ ਗਈ। ਪਰ ਸਮਝਣ ਦੀ ਲੋੜ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਸੱਜਣ ਠੱਗ ਕਿਹਾ? ਨਹੀਂ ਕਿਹਾ, ਕਿਤੇ ਨਹੀਂ ਕਿਹਾ। ਗੁਰੂ ਸਾਹਿਬ ਜਦੋਂ ਜਾ ਰਹੇ ਨੇ ਤਲੰਬੇ, ਰਸਤੇ ਦੇ ਵਿੱਚ ਰੋਕਿਆ ਗਿਆ ਹੈ ਬਕਾਇਦਾ ਤੌਰ ਤੇ ਕਿ ਤੁਸੀਂ ਇਸ ਸਰਾਂ ਦੇ ਵਿੱਚ ਵਿਸ਼ਰਾਮ ਨਾ ਕਰੋ। ਇੱਥੇ ਸੈਯਦ ਸੱਜਣ ਸ਼ੇਖ, ਇਹ ਸੈਯਦ ਪਰਿਵਾਰ ਦੇ ਵਿੱਚੋਂ ਸੀ, ਮੁਸਲਮਾਨ ਸੀ। ਇੱਥੇ ਸੈਯਦ ਸ਼ੇਖ ਸੱਜਣ ਰਹਿੰਦਾ ਹੈ, ਜਿਹੜਾ ਆਏ ਗਏ ਅਭਿਆਗਤ ਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੰਦਾ ਹੈ ਤੇ ਮਾਲ ਅਸਬਾਬ ਲੁੱਟਣ ਤੋਂ ਬਾਅਦ ਕਤਲ ਕਰ ਦਿੰਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਜਾਣਾ ਹੀ ਉੱਥੇ ਹੈ, ਦੁਰਮਤ ਦੇਖ ਦਇਆਲ ਹੋਏ। ਜਿੱਥੇ ਕੋਈ ਬੁਰਾ ਕਰਮ ਕਰ ਰਿਹਾ ਉਹਨੂੰ ਸਮਝਾਉਣ ਜਾਣਾ ਹੈ, ਚੰਗੇ ਕਰਮ ਕਰਦੇ ਉਹਨੂੰ ਵੇਖ ਕੇ ਤਾਂ ਸਾਰੇ ਦਿਆਲ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦੀ ਵਿਲੱਖਣਤਾ ਤਾਂ ਇਹ ਹੈ ਕਿ ਜਿੱਥੇ ਬੁਰਾਈ ਹੋ ਰਹੀ ਹੈ ਉਹਨੂੰ ਸੁਧਾਰਨਾ ਹੈ, ਜਿੱਥੇ ਚੰਗਾ ਕੰਮ ਹੋ ਰਿਹਾ ਹੈ ਉੱਥੇ ਤਾਂ ਸਾਰੇ ਜਾਂਦੇ ਆ। ਗੁਰੂ ਨਾਨਕ ਸਾਹਿਬ ਨੇ ਤਾਂ ਰਾਹ ਹੀ ਸਾਨੂੰ ਇਹ ਦੱਸਿਆ ਹੈ। ਅੱਜ ਸਾਡਾ ਬੱਚਾ ਕੋਈ ਛੋਟੀ ਜਿਹੀ ਗਲਤੀ ਕਰ ਲੈਂਦਾ ਨਾ, ਅਸੀਂ ਪਤਿਤ 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 ਕਹਿ ਕੇ ਉਹਨੂੰ ਧਰਮ ਚੋਂ ਇੰਨਾ ਦੂਰ ਕਰ ਦਿੰਦੇ ਆ ਨਾ ਕਿ ਉਹ ਬੰਦਾ ਮੁੜ ਕੇ ਗੁਰਦੁਆਰੇ ਆਉਣੋਂ ਵੀ ਹਟ ਜਾਂਦਾ ਹੈ। ਗੁਰੂ ਸਾਹਿਬ ਦੀ ਵਿਚਾਰਧਾਰਾ ਇਹ ਨਹੀਂ ਸੀ। ਗੁਰੂ ਸਾਹਿਬ ਦੀ ਵਿਚਾਰਧਾਰਾ ਇਹ ਸੀ ਕਿ ਜੇ ਕਿਸੇ ਨੇ ਗਲਤੀ ਜਾਂ ਗੁਨਾਹ ਕਰ ਲਿਆ, ਉਹਨੂੰ ਦੂਜਿਆਂ ਨਾਲੋਂ ਜ਼ਿਆਦਾ ਪਿਆਰ ਕਰਨਾ ਹੈ ਕਿ ਉਹਦੇ ਅੰਦਰ ਧਰਮ ਦੇ ਪ੍ਰਤੀ ਇੱਕ ਪਿਆਰ ਪ੍ਰਗਟ ਹੋਵੇ, ਮਨੁੱਖਤਾ ਦੇ ਨਾਲ ਇੱਕ ਪਿਆਰ ਪ੍ਰਗਟ ਹੋਵੇ। ਗੁਰੂ ਸਾਹਿਬ ਨੇ ਸੱਜਣ ਨੂੰ ਸੱਜਣ ਠੱਗ ਨਹੀਂ ਕਿਹਾ। ਗੁਰੂ ਸਾਹਿਬ ਨੇ ਸੱਜਣ ਠੱਗ ਦੇ ਘਰ ਜਾ ਕੇ ਜਿਹੜਾ ਸ਼ਬਦ ਉਚਾਰਿਆ, ਉਹਦੇ 'ਚ ਸੱਜਣ ਸ਼ਬਦ ਦੀ ਪਰਿਭਾਸ਼ਾ ਦੱਸੀ ਹੈ ਕਿ ਸੱਜਣ ਕੀ ਹੈ। ਜਿਸ ਦਿਨ ਤੁਸੀਂ ਵੀ ਸਿੱਖੀ ਤੋਂ ਮੁਨਕਰ ਹੋਏ ਵੀਰਾਂ ਨੂੰ ਤਿਸਕਾਰਨ ਦੀ ਬਜਾਏ ਸਿੱਖੀ ਦੀ ਪਰਿਭਾਸ਼ਾ ਦੱਸਣੀ ਛੱਡ ਦਿਓਗੇ ਨਾ, ਦੱਸ ਦਿਓਗੇ, ਸ਼ੁਰੂ ਕਰ ਦਿਓਗੇ, ਉਦੋਂ ਉਹ ਵੀ ਸਿੱਖੀ 'ਚ ਆ ਜਾਣਗੇ। ਪਰ ਇਹ ਜਾਂਚ ਗੁਰੂ ਨਾਨਕ ਸਾਹਿਬ ਤੋਂ ਸਿੱਖਣੀ ਪੈਣੀ ਆ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਉਹ ਸੱਜਣ ਤੇ ਉਹ ਹੁੰਦੇ ਨੇ
ਜਿਹੜੇ ਕਦੀ ਸਾਥ ਹੀ ਨਹੀਂ ਛੱਡਦੇ। ਤੂੰ ਕਿਵੇਂ ਦਾ ਸੱਜਣ ਹੈ ਕਿ ਨਾਮ ਆਪਣਾ ਸੱਜਣ ਰੱਖਿਆ ਹੈ ਤੇ ਸੱਜਣਤਾਈ ਦੇ ਨਾਮ ਹੇਠ ਲੋਕਾਂ ਨੂੰ ਘਰ 'ਚ ਸ਼ਰਨ ਦਿੰਦਾ ਹੈ ਤੇ ਉਸੇ ਸੱਜਣਤਾਈ ਦੇ ਪਰਦੇ ਹੇਠ ਕਿਸੇ ਦਾ ਕਤਲ ਕਰ ਦਿੰਦਾ ਹੈ। ਸੱਜਣਾ, ਆਪਣੇ ਨਾਮ ਦੀ ਪਰਿਭਾਸ਼ਾ ਨੂੰ ਤੇ ਸਮਝ। ਜਿਸ ਦਿਨ ਅਸੀਂ ਸਿੱਖ ਨੂੰ ਇਹ ਕਹਿਣ ਦੇ ਕਾਬਲ ਹੋ ਗਏ ਨਾ ਕਿ ਇਹ ਸਿੱਖ ਮੇਰੇ ਵੀਰ ਆਪਣੇ ਸਿੱਖ ਸ਼ਬਦ ਦੀ ਪਰਿਭਾਸ਼ਾ ਨੂੰ ਤੇ ਸਮਝ ਕਿ ਗੁਰੂ ਸਾਹਿਬ ਨੇ ਕਿਵੇਂ ਦਾ ਸਿੱਖ ਬਣਾਇਆ ਸੀ। ਅਸੀਂ ਪਤਿਤ ਕਹਿਣਾ, ਅਸੀਂ ਬੁਰਾ ਕਹਿਣਾ, ਨਫ਼ਰਤ ਕਰਨੀ, ਈਰਖਾ ਕਰਨੀ ਛੱਡ ਕੇ ਉਹਨੂੰ ਇਹ ਦੱਸ ਦਿੱਤਾ ਨਾ ਕਿ ਤੈਨੂੰ ਗੁਰੂ ਸਾਹਿਬ ਨੇ ਕੀ ਬਣਾਇਆ ਸੀ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਸੱਜਣ ਸ਼ਬਦ ਦੀ ਪਰਿਭਾਸ਼ਾ ਦੱਸੀ ਹੈ, ਉਸ ਦਿਨ ਜਿਸ ਨੂੰ ਤੁਸੀਂ ਪਤਿਤ ਕਹਿ ਰਹੇ ਹੋ ਉਹ ਗੁਰੂ ਦਾ ਪਿਆਰਾ ਸਿੱਖ ਬਣੇਗਾ। ਪਰ ਇਹ ਗੱਲ ਸਿੱਖਣੀ ਗੁਰੂ ਨਾਨਕ ਸਾਹਿਬ ਤੋਂ ਪਵੇਗੀ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕੀ ਹੈ। ਦੁਰਮਤ ਦੇਖ ਦਿਆਲ ਹੋਵੇ, ਕਿ ਬੁਰੀ ਮਤ ਦੇ ਉੱਪਰ ਵੀ ਆਪਣੀ ਰਹਿਮ ਦੀ, ਆਪਣੀ ਮਿਹਰ ਦੀ ਜਿਹੜੀ ਹੈ ਉਹ ਕਿਰਪਾ ਕਰ ਦੇਣੀ। ਔਰ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਸਾਡੇ ਸਾਹਮਣੇ ਹੋਰ ਰੱਖ ਦਿੱਤੀ ਕਿ ਉਸ ਗਿਆਨ ਦਾ ਉਹਨਾਂ ਚਿਰ ਤੱਕ ਕੋਈ ਲਾਭ ਨਹੀਂ। ਮੈਂ ਤੁਹਾਡੇ ਨਾਲ ਜਿੰਨੀਆਂ ਮਰਜ਼ੀ ਗੱਲਾਂ ਕਰਕੇ ਚਲਾ ਜਾਵਾਂ, ਜੇਕਰ ਮੇਰੇ ਮਨ ਤੇ ਵੀ ਉਹਨਾਂ ਦਾ ਅਸਰ ਨਹੀਂ ਤੇ ਤੁਹਾਡੇ ਤੇ ਵੀ ਅਸਰ ਨਹੀਂ ਤੇ ਉਹਦਾ ਕੋਈ ਲਾਭ ਨਹੀਂ। ਭਾਈ ਗੁਰਦਾਸ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ ਕਿ ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ, ਪੂਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜਾ ਸਮਾਈਏ, ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਹਿਰਦੇ ਵਿਚਾਰ ਕਤ ਸੇਜਾ ਸਜਾਈਏ, ਗਾਵੇ ਸੁਣੇ ਆਖਿਆ ਵਿੱਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਜਿਚ ਹਿਰਦੇ ਦਾ ਕਮਾਈਏ। ਜੇ ਸਾਡਾ ਹਾਲ ਇਹ ਰਿਹਾ ਕਿ ਮੈਂ ਕਹਿ ਕੇ ਚਲੇ ਜਾਣਾ ਹੈ, ਤੁਸੀਂ ਸੁਣ ਕੇ ਚਲੇ ਜਾਣਾ ਹੈ, ਪਰ ਸਾਡੀ ਵਿਚਾਰਧਾਰਾ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਣੀ ਤੇ ਸਾਡਾ ਇੱਥੇ ਇਕੱਠੇ ਹੋਣ ਦਾ ਕੋਈ ਲਾਭ ਨਹੀਂ। ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਭਾਈ ਗੁਰਦਾਸ ਨੇ ਸਾਡੇ ਸਾਹਮਣੇ ਇੱਕ ਉਦਾਹਰਨ ਰੱਖੀ ਹੈ ਨਾ ਕਿ ਬਿਮਾਰ ਹੋਵੋ ਤੇ ਡਾਕਟਰ ਦੇ ਕੋਲ ਜਾਓ, ਦਵਾਈ ਲੈ ਕੇ ਆ ਜਾਓ ਤੇ ਨਾ ਦਵਾਈ ਖਾਓ ਤੇ ਨਾ ਪਰਹੇਜ਼ ਕਰੋ ਤੇ ਫਿਰ ਕਹੋ ਕਿ ਸਰੀਰ ਤੰਦਰੁਸਤ ਹੋ ਜਾਵੇ, ਹੋ ਨਹੀਂ ਸਕਦਾ। ਇਹ ਦੋਵੇਂ ਚੀਜ਼ਾਂ ਦੇ ਉੱਪਰ ਅਮਲ ਕਰਨਾ ਪੈਣਾ। ਦਵਾਈ ਵੀ ਖਾਣੀ ਪੈਣੀ ਹੈ ਤੇ ਪਰਹੇਜ਼ ਵੀ ਕਰਨਾ ਪੈਣਾ। ਇਹ ਦੋਵੇਂ ਚੀਜ਼ਾਂ, ਕਿਉਂਕਿ ਦਰਅਸਲ ਜ਼ਿੰਦਗੀ ਦੇ ਵਿੱਚ ਜਿਹੜੇ ਮਨ ਦੇ ਰੋਗ ਨੇ ਉਹ ਹੈ ਹੀ ਇਸ ਕਰਕੇ ਨੇ ਕਿ ਇਸ ਸਰੀਰਕ ਤੌਰ ਤੇ ਤੰਦਰੁਸਤ ਹੋਣ ਦਾ ਵਿਖਾਵਾ ਕਰ ਰਹੇ ਹਾਂ, ਮਨ ਕਰਕੇ ਰੋਗੀ ਹੈ।